पतत उदाहरण भय हरन, हर अनाथ के नाथ। कहो नानक तह जानिए, सदा बस्तु तुम साथ। पतत उदाहरण भय हरन, हर अनाथ के नाथ। कहो नानक तह जानिए, सदा बस्त तुम साथ। वाहिगुरु जी का खालसा, वाहिगुरु जी की फतेह। गुरु प्यारी साध संगत जीओ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 6 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਸ ਪਾਵਨ ਸ਼ਲੋਕ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, पतत उदाहरण भय हरन, हर अनाथ के नाथ। हजूर फरमाउंदे ने, हे भाईओ मालक, ਜਿਹੜੇ ਪਤਤ ਹੋ ਚੁੱਕੇ ਨੇ, ਭਾਵ ਵਕਾਰਾਂ ਵਿੱਚ ਗਰਕ ਹੋ ਚੁੱਕੇ ਨੇ, ਵਕਾਰਾਂ ਵਾਲਾ ਜੀਵਨ ਜਿਉਂਦੇ ਨੇ, ਉਹਨਾਂ ਨੂੰ ਵਕਾਰਾਂ ਵਿੱਚੋਂ ਬਾਹਰ ਕੱਢਣ ਦੀ ਸਮਰੱਥਾ ਰੱਖਦੇ ਨੇ। ਭਾਵ ਡਿੱਗਿਆਂ ਨੂੰ ਉਠਾਉਣ ਦੀ ਤਾਕਤ ਹੈ ਉਸ ਮਾਲਕ ਦੇ ਵਿੱਚ। ਭੈ ਹਰਨ, ਅਤੇ ਜਿੰਨੇ ਵੀ ਦੁਨਿਆਵੀ ਡਰ ਨੇ ਉਹਨਾਂ ਡਰਾਂ ਤੋਂ ਉਹ ਮੁਕਤ ਕਰਾ ਸਕਦੇ ਨੇ। ਤੀਜੀ ਗੱਲ, ਹਰ ਅਨਾਥ ਕੇ ਨਾਥ। ਅਨਾਥ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ। ਜਿਵੇਂ ਆਪਾਂ ਕਹਿੰਦੇ ਵੀ ਫਲਾਣਾ ਬੱਚਾ ਅਨਾਥ ਹੈ, ਭਾਵ ਉਹਦਾ ਕੋਈ ਨਹੀਂ ਹੈਗਾ, ਕੋਈ ਸਾਂਭਣ ਵਾਲਾ ਨਹੀਂ। ਹਰ ਅਨਾਥ ਕੇ ਨਾਥ, ਜਿਹੜਾ ਅਨਾਥ ਹੈ, ਨਿਖਸਮਾ ਕਹਿ ਲਓ, ਜਿਹਦਾ ਮਾਲਕ ਕੋਈ ਨਹੀਂ, ਉਹਦੇ ਉਹ ਨਾਥ ਨੇ, ਉਹਦੇ ਸਹਾਇਕ ਨੇ, ਹਰ ਵਕਤ ਉਹਦੇ ਮਦਦਗਾਰ ਨੇ। ਹੁਣ ਸਤਿਗੁਰੂ ਜੀ ਫਰਮਾਉਂਦੇ ਨੇ ਪਤਤ ਉਦਾਹਰਨ। ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਪਤਤ ਕੌਣ ਹੈ? ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਇੱਥੇ ਭਾਵੇਂ ਕੇਸ ਵੀ ਹੋਣ, ਬਾਹਰੋਂ ਉਹਦੀ ਜਿਹੜੀ ਦਿੱਖ ਹੈ ਪੂਰਨ ਮੁਕੰਮਲ ਵਾਲੀ ਹੋਵੇ, ਪਰ ਜੇ ਅੰਦਰ ਵਕਾਰ ਨੇ, ਲਾਲਚ ਹੈ, ਲੋਭ ਹੈ, ਈਰਖਾ ਹੈ, ਹੰਕਾਰ ਹੈ, ਕਾਮ ਵਾਸ਼ਨਾਵਾਂ ਨਾਲ ਨੱਕੋ ਨੱਕ ਭਰਿਆ ਪਿਆ ਹੈ, ਸਤਿਗੁਰ ਦੀ ਬਾਣੀ ਉਹਨੂੰ ਵੀ ਪਤਤ ਮੰਨਦੀ ਹੈ। ਪਰ ਮਹਾਰਾਜ ਕਹਿੰਦੇ ਨਿਰਾਸ਼ ਨਾ ਹੋ, ਉਹਨਾਂ ਪਤਤਾਂ ਨੂੰ ਵੀ, ਡਿੱਗਿਆਂ ਹੋਇਆਂ ਨੂੰ ਵੀ ਉਹ ਮਾਲਕ ਵਾਹਿਗੁਰੂ ਪਾਵਨ ਕਰਨ ਦੀ ਸਮਰੱਥਾ ਰੱਖਦੇ ਨੇ। ਪਤਤ ਉਦਾਹਰਨ। ਤਾਂ ਹੀ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਨਾ, ਅਬ ਮੈਂ ਕੌਣ ਉਪਾਉ ਕਰੂੰ। ਹੁਣ ਮੈਂ ਕਿਹੜਾ ਯਤਨ ਵਰਤਾਂ, ਕਿਹੜਾ ਤਰੀਕਾ ਵਰਤਾਂ। ਜੇ ਬਿਦ ਮਨ ਕੋ ਸਹਿਸਾ ਚੁੱਕੈ, ਭਉ ਨਿਧ ਪਾਰ ਪਰੋ। ਭਉ ਨਿਧ, ਇਹ ਸੰਸਾਰਿਕ ਡਰਾਂ ਦਾ ਸਮੁੰਦਰ ਹੈ। ਅਤੇ ਡਰ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਅਸੀਂ ਨਾਲ ਲੈ ਕੇ ਪੈਦਾ ਨਹੀਂ ਹੋਏ। ਡਰ ਸਾਡੇ ਰੋਜ਼ ਦੇ ਕੰਮਾਂ 'ਚੋਂ ਪੈਦਾ ਹੁੰਦੇ ਨੇ। ਹੁਣ ਬਾਣੀ ਦਾ ਵਾਕ ਹੈ, ਨਿਕਟ ਬੁਝੈ ਸੋ ਬੁਰਾ ਕਿਉਂ ਕਰੇ। ਗੱਲ ਤਾਂ ਸਾਰੀ ਬੁੱਝਣ ਦੀ ਹੈ। ਜ਼ੁਬਾਨੀ ਕਲਾਮੀ ਤਾਂ ਸਾਰੇ ਕਹਿੰਦੇ ਨੇ ਬਹੁਤ ਨੇੜੇ ਹੈ। ਨੇੜੇ ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ। ਕਹਿਣ ਨੂੰ ਤਾਂ ਸਾਰੇ ਕਹੀ ਜਾਂਦੇ ਨੇ ਉਹ ਜਾਣਦਾ ਹੈ, ਉਹ ਨਿਕਟ ਹੈ, ਉਹ ਅੰਤਰਜਾਮੀ ਹੈ। ਪਰ ਕੀ ਇਹ ਸਾਰਾ ਕੁਝ ਕਹਿਣ ਤੋਂ ਬਾਅਦ ਮਨੁੱਖ ਦੇ ਜੀਵਨ ਦੇ ਵਿੱਚ ਬੁਰਿਆਂ ਕੰਮਾਂ ਦੀ ਗਿਣਤੀ ਘਟ ਗਈ, ਚੰਗਿਆਂ ਦੀ ਉਹਨੇ ਜ਼ਿੰਦਗੀ 'ਚ ਗਿਣਤੀ ਵਧਾ ਲਈ? ਨਹੀਂ। ਕਿਉਂਕਿ ਬਾਣੀ 'ਚ ਵਾਕ ਹੈ, ਨਿਕਟ ਬੁਝੈ ਸੋ ਬੁਰਾ ਕਿਉਂ ਕਰੇ। ਜਿਹਨੇ ਨਿਕਟ ਬੁੱਝ ਲਿਆ, ਉਹਦੀ ਜ਼ਿੰਦਗੀ 'ਚੋਂ ਬੁਰਿਆਂ ਕੰਮਾਂ ਦੀ ਗਿਣਤੀ ਰੋਜ਼ ਘਟਣੀ ਸ਼ੁਰੂ ਹੋ ਜਾਏਗੀ। ਉਹਦੀ ਜ਼ਿੰਦਗੀ ਦਾ ਹਨੇਰਾ ਦੂਰ ਹੁੰਦਾ ਜਾਏਗਾ, ਜੀਵਨ ਰੌਸ਼ਨੀ ਨਾਲ ਭਰ ਜਾਏਗਾ। ਭਾਵ ਗੁਣਾਂ ਨਾਲ ਮੁਕੰਮਲ ਜੀਵਨ ਹੋ ਜਾਏਗਾ ਉਹਦਾ। ਨਿਕਟ ਬੁਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਤਾ ਫਿਰੈ। ਜਿੰਨੀ ਜ਼ਹਿਰ ਇਕੱਠੀ ਕਰਦਾ ਉਨਾ ਹੀ ਜੀਵਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈ। ਇਹ ਜ਼ਹਿਰ ਮਨ ਨੇ ਇਕੱਠਾ ਕੀਤਾ ਹੈ। ਕਾਮ ਵਾਸ਼ਨਾਵਾਂ ਦਾ, ਕ੍ਰੋਧ ਦਾ, ਲਾਲਚ ਦਾ ਇਹ ਜ਼ਹਿਰ ਇਕੱਠਾ ਕਰਕੇ
ਇਹਦੇ ਨਾਲ ਸੇਮ ਉਹ ਕਹਾਣੀ ਬਣਦੀ ਹੈ ਜਿਵੇਂ ਮਧੂ ਮੱਖੀ ਆਪ ਹੀ ਸ਼ਹਿਦ ਇਕੱਠਾ ਕਰਦੀ ਹੈ ਅਤੇ ਆਪ ਹੀ ਉਹਦਾ ਸ਼ਹਿਦ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਸੇਮ ਇਹਦੇ 'ਤੇ ਉਹ ਐਗਜ਼ੈਂਪਲ ਢੁਕਦੀ ਹੈ ਵੀ ਜਿਵੇਂ ਚੂਹਾ ਆਪਣੇ ਲਈ ਘਰ ਬਣਾਉਂਦਾ ਹੈ, ਉਹ ਘਰ ਹੀ ਉਹਦੀ ਮੌਤ ਦਾ ਕਾਰਨ ਬਣਦਾ ਹੈ। ਮਧੂ ਮੱਖੀ ਕਦੀ ਤੋਰੀਏ ਦੇ ਫੁੱਲ 'ਤੇ ਬਹਿੰਦੀ ਹੈ, ਕਦੀ ਗੇਂਦੇ ਦੇ ਫੁੱਲ 'ਤੇ ਬਹਿੰਦੀ ਹੈ, ਕਦੀ ਗੁਲਾਬ ਦੇ ਫੁੱਲ 'ਤੇ ਬਹਿੰਦੀ ਹੈ। ਵੱਖ-ਵੱਖ ਜਗ੍ਹਾ ਤੋਂ ਜਾ ਕੇ ਸਫ਼ਰ ਤੈਅ ਕਰਕੇ ਉਹ ਸ਼ਹਿਦ ਇਕੱਠਾ ਕਰਦੀ ਹੈ ਇੱਕ ਥਾਂ 'ਤੇ, ਪਰ ਉਹਨੂੰ ਇਹ ਨਹੀਂ ਪਤਾ ਵੀ ਇਹੋ ਸ਼ਹਿਦ ਤੇਰੀ ਮੌਤ ਦਾ ਕਾਰਨ ਬਣਨਾ ਹੈ। ਮਨੁੱਖ ਵੀ ਇਹੋ ਕੁਝ ਕਰ ਰਿਹਾ। ਇਹ ਮਿੱਠਾ ਕਰਕੇ ਖਾਇਆ, ਜਿਹੜਾ ਇਹਨੂੰ ਪਦਾਰਥ ਅੱਜ ਮਿੱਠਾ ਲੱਗ ਰਿਹਾ, ਚੰਗਾ ਲੱਗ ਰਿਹਾ ਹੈ, ਵਕਾਰ ਇਹਨੂੰ ਚੰਗੇ ਲੱਗ ਰਹੇ ਨੇ, ਬੁਰਾਈ ਚੰਗੀ ਲੱਗਦੀ ਹੈ, ਪਰ ਇਹੋ ਚੀਜ਼ਾਂ ਇਹਦੀ ਮੌਤ ਦਾ ਕਾਰਨ ਬਣਦੀਆਂ ਨੇ। ਇਹੋ ਇਹਦੇ ਸੁੱਖਾਂ ਨੂੰ ਦੁੱਖਾਂ ਵਿੱਚ ਬਦਲ ਦਿੰਦੀਆਂ ਨੇ। ਇਹੋ ਇਹਨੂੰ ਆਤਮਿਕ ਤੌਰ 'ਤੇ ਪਰੇਸ਼ਾਨ ਕਰਦੀਆਂ ਨੇ, ਕਿਉਂਕਿ ਜ਼ਹਿਰ ਇਕੱਠਾ ਕੀਤਾ। ਹੁਣ ਸਤਿਗੁਰੂ ਜੀ ਕਹਿੰਦੇ ਪਤਤ ਉਦਾਹਰਨ, ਪਤਤਾਂ ਨੂੰ, ਡਿੱਗਿਆਂ ਹੋਇਆਂ ਨੂੰ, ਗਰਕ ਹੋਇਆਂ ਨੂੰ ਕਹਿ ਲਓ ਤੁਸੀਂ, ਉਹ ਉਦਾਹਰਨ ਵਾਲਾ ਹੈ। ਵਕਾਰੀਆਂ ਨੂੰ ਵਕਾਰਾਂ ਤੋਂ ਬਚਾਉਣ ਵਾਲਾ ਹੈ। ਭੈ ਹਰਨ, ਅਤੇ ਭੈ ਨੂੰ ਹਰਨ ਵਾਲਾ ਹੈ, ਖਤਮ ਕਰਨ ਵਾਲਾ ਹੈ, ਮੁਕਾਉਣ ਵਾਲਾ ਹੈ ਸਾਡੀ ਜ਼ਿੰਦਗੀ ਵਿੱਚੋਂ। ਅਤੇ ਇਹ ਜਿਹੜਾ ਡਰ ਹੈ, ਇਹ ਸਾਡੇ ਕੰਮਾਂ 'ਚੋਂ ਪੈਦਾ ਹੁੰਦਾ ਹੈ। ਜਿੱਦਾਂ ਦੇ ਅਸੀਂ ਕੰਮ ਕਰਦੇ ਹਾਂ ਉੱਦਾਂ ਹੀ ਡਰ। ਸੌਖੀ ਉਦਾਹਰਨ ਦਿੰਦਾ, ਬੱਚੇ ਐਗਜ਼ਾਮ ਦੇ ਰਹੇ ਨੇ। ਜਿਹੜੇ ਬੱਚੇ ਨੂੰ ਜਿੰਨਾ ਵੀ ਉਹਦੇ ਸਾਹਮਣੇ ਕੁਐਸਚਨ ਨੇ, ਉਹਨਾਂ ਦੇ ਆਨਸਰ ਆਉਂਦੇ ਨੇ, ਉਹ ਐਨ ਮਸਤ ਹੋ ਕੇ ਲਿਖ ਰਿਹਾ। ਉਹਨੂੰ ਨਹੀਂ ਪਤਾ ਵੀ ਕੌਣ ਐਗਜ਼ਾਮ ਦੇ ਵੇਲੇ ਇੱਧਰ ਜਾ ਰਿਹਾ, ਕੌਣ ਉੱਧਰ ਜਾ ਰਿਹਾ। ਉਹ ਆਪਣਾ ਉਹਦਾ ਪੂਰੀ ਸੁਰਤ ਟਿਕੀ ਹੋਈ ਹੈ ਜਿਹੜੇ ਕੁਐਸਚਨ ਉਹਦੇ ਆਨਸਰ ਦੇਣ ਵਿੱਚ। ਜਿਹੜਾ ਬੱਚਾ ਨਕਲ ਮਾਰਦਾ ਹੈ, ਤੁਸੀਂ ਵੇਖਿਆ ਕਈ ਵਾਰੀ ਟੀਚਰ ਨਕਲ ਕਿੱਦਾਂ ਫੜਦੇ, ਉਹ ਸਟੂਡੈਂਟ ਦੇ ਲਾਗੇ ਆਣ ਕੇ ਖੜੇ ਹੋ ਜਾਂਦੇ ਵੀ ਜੇ ਤੇ ਇਹਦੀ ਕਲਮ ਚੱਲਦੀ ਗਈ, ਸਮਝ ਲਓ ਇਹਨੂੰ ਇਸ ਕੁਐਸਚਨ ਦਾ ਆਨਸਰ ਆਉਂਦਾ, ਇਹ ਲਿਖ ਰਿਹਾ ਤਾਂ ਲਿਖ ਰਹੀ ਹੈ ਜਾਂ ਲਿਖ ਰਿਹਾ। ਜੇ ਕਲਮ ਰੁਕ ਗਈ, ਕਿੰਨੀਆਂ ਕੁ ਲੈਣਾ ਆਪਣੇ ਆਪ ਲਿਖ ਦੇਵੇਗਾ, ਕਿੰਨੀਆਂ ਕੁ ਆਪਣੇ ਆਪ ਲਿਖੇਗਾ। ਜੇ ਮੂੰਹ ਜ਼ਬਾਨੀ ਤਾਂ ਲਿਖ ਨਹੀਂ ਸਕਦਾ, ਜੇ ਇਹ ਨਕਲ ਮਾਰ ਰਿਹਾ ਹੋਇਆ ਤਾਂ, ਜਾਂ ਨਕਲ ਮਾਰ ਰਹੀ ਹੋਈ ਤਾਂ ਉੱਥੇ ਕਲਮ ਰੁਕ ਜਾਏ। ਪਹਿਲੀ ਗੱਲ ਤਾਂ ਟੀਚਰ ਦੇ ਕੋਲ ਆਉਣ ਤੋਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ, ਜੱਜਮੈਂਟ ਹੋ ਜਾਂਦੀ ਹੈ ਵੀ ਹੱਥ ਕੰਬਣ ਲੱਗ ਪੈਣਗੇ। ਸਟੂਡੈਂਟ ਦੇ ਹਾਵ ਭਾਵ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਇਹਨੂੰ ਸਭ ਕੁਝ ਯਾਦ ਨਹੀਂ ਹੈ, ਇਹ ਨਕਲ ਮਾਰ ਕੇ ਐਗਜ਼ਾਮ ਦੇ ਰਿਹਾ। ਹੁਣ ਟੀਚਰ ਨੇ ਸਟੂਡੈਂਟ ਦੀਆਂ ਹਰਕਤਾਂ ਤੋਂ ਵੇਖ ਲਿਆ, ਬਹੁਤ ਗੱਲਾਂ ਤੇ ਉਹਨਾਂ ਨੂੰ ਕਲਾਸ ਵੇਲੇ ਪੜ੍ਹਾਉਂਦਿਆਂ ਹੀ ਪਤਾ ਲੱਗ ਜਾਂਦੀਆਂ ਨੇ ਵੀ ਕਿਹੜਾ ਸਟੂਡੈਂਟ ਇੰਟੈਲੀਜੈਂਟ ਹੈ ਅਤੇ ਕਿਹੜਾ ਨਲਾਇਕ ਹੈ। ਹੁਣ ਬੱਚੇ ਦੇ ਕੰਮਾਂ 'ਚੋਂ ਪਤਾ ਲੱਗ ਗਿਆ ਨਾ ਵੀ ਇਹ ਡਰ ਹੈ। ਉਹਨੂੰ ਨਹੀਂ ਸੀ ਆਉਂਦਾ ਅਤੇ ਡਰ ਪੈਦਾ ਹੋ ਗਿਆ, ਅਤੇ ਟੀਚਰ ਤੋਂ ਡਰ ਆਉਣ ਲੱਗ ਪਿਆ। ਜਿਹਨੂੰ ਆਉਂਦਾ ਸੀ ਉਹਨੂੰ ਟੀਚਰ ਤੋਂ ਕਾਹਦਾ ਡਰ, ਉਹ ਆਪਣੀ ਮਸਤੀ 'ਚ ਲਿਖ ਰਿਹਾ। ਉਹਨੂੰ ਜੇ ਟੀਚਰ ਨੇ ਖੜਾ ਵੀ ਕੀਤਾ ਵੀ ਖੜਾ ਹੋਵੇ, ਵਿਖਾ, ਹੁੰਦਾ ਜੀ ਆਹ ਵੇਖ ਲਓ, ਇੱਕ ਕਲਮ ਹੈ ਮੇਰੇ ਕੋਲ, ਇੱਕ ਪੈਨ ਹੈ, ਬਸ ਲਿਖ ਰਿਹਾ ਉਹਦੇ ਨਾਲ ਮੈਂ। ਇੱਦਾਂ ਹੀ ਥਾਂ ਥਾਂ 'ਤੇ ਤੁਸੀਂ ਵੇਖੋ ਬਾਣੀ 'ਚ ਲਿਖਿਆ ਸੋ ਡਰੇ ਜੇ ਪਾਪ ਕਮਾਉਂਦਾ। ਡਰ ਤੁਹਾਡੇ ਪਾਪ ਵਿੱਚੋਂ ਜਨਮ ਲੈਂਦਾ ਹੈ, ਭਾਵ ਤੁਹਾਡੀ ਸੁਰਤ ਵਿੱਚੋਂ ਜਨਮ ਲੈਂਦਾ ਹੈ। ਜਦੋਂ ਆਪਾਂ ਪਰਮਾਤਮਾ ਨੂੰ ਨਿਰਭਉ ਕਹਿੰਦੇ ਹਾਂ, ਉਹਨੂੰ ਡਰ ਨਹੀਂ ਹੈ। ਉਹ ਡਰ ਵੀ ਇਸੇ ਕਰਕੇ ਨਹੀਂ ਹੈ ਵੀ ਕੰਮ ਗਲਤ ਨਹੀਂ ਹੈ, ਅਤੇ ਡਰ ਹੋਣ ਲਈ ਦੂਜਾ ਚਾਹੀਦਾ। ਡਰ ਵਾਸਤੇ ਹਮੇਸ਼ਾ ਦੂਜੀ ਚੀਜ਼ ਚਾਹੀਦੀ ਹੈ। ਜਦੋਂ ਹੈ ਹੀ ਉਹ ਇਕੱਲਾ, ਤਾਂ ਡਰ ਕੇ ਧੋਣਾ ਹੈ। ਅਤੇ ਜਦੋਂ ਇਸੇ ਤਰ੍ਹਾਂ ਮਨੁੱਖ ਆਪਣੀ ਜ਼ਿੰਦਗੀ 'ਚ ਇੱਕ ਨਾਲ ਸਾਂਝ ਪਏਗਾ, ਅੰਦਰੋਂ ਬਾਹਰੋਂ ਇੱਕ ਹੋ ਜਾਏਗਾ, ਅਤੇ ਡਰ ਆਪਣੇ ਆਪ ਜੀਵਨ 'ਚੋਂ ਨਿਕਲ ਗਿਆ, ਭੈ ਹਰਨ ਆਪਣੇ ਆਪ ਹੀ ਹੋ ਗਿਆ। ਹੁਣ ਇਹਦਾ ਅਰਥ ਇਹ ਥੋੜ੍ਹਾ ਵੀ ਤੁਸੀਂ ਗਲਤ ਕੰਮ ਕਰਦੇ ਹੋ ਅਤੇ ਤੁਹਾਡੀ ਜ਼ਿੰਦਗੀ 'ਚੋਂ ਮਾਲਕ ਡਰ ਦੋ, ਭਾਵ ਤੈਨੂੰ ਗਲਤ ਕੰਮ ਕਰਨ ਦੇਣਾ ਹੀ ਨਹੀਂ, ਆਪੇ ਭੈ ਹਰਨ ਹੋ ਗਿਆ। ਹੁਣ ਤੁਸੀਂ ਬੇਈਮਾਨੀ ਕਰੋ, ਠੱਗੀਆਂ ਮਾਰੋ, ਤਾਂ ਤੁਸੀਂ ਇਹ ਅਰਦਾਸਾ ਕਰੋ ਜੀ ਮੇਰਾ ਕਿਸੇ ਨੂੰ ਪਤਾ ਨਾ ਲੱਗੇ। ਨਾ ਨਾ ਨਾ, ਇੱਦਾਂ ਭੈ ਨੂੰ ਹਰਦਾ ਕਿ ਉਹ ਸਾਨੂੰ ਗਲਤ ਕੰਮ ਕਰਨ ਦਿੰਦੇ ਨਹੀਂ। ਔਖੀ ਘੜੀ ਨਾ ਦੇਖਣ ਦੇਈ, ਉਹ ਸਾਨੂੰ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਆਪਣਾ ਬਿਰਧ ਸੰਭਾਲੇ। ਅਤੇ ਔਖੀ ਘੜੀ ਸਾਡੇ ਲਈ ਕਿਹੜੀ ਹੈ? ਜਦੋਂ ਮੈਂ ਸੱਚ ਦਾ ਲੜ ਛੱਡਦਾ, ਜਦੋਂ ਮੈਂ ਗੁਣਾਂ ਦੀ ਗੋਦ 'ਚੋਂ ਉੱਠ ਕੇ ਅਤੇ ਔਗੁਣਾਂ ਦੀ ਗੋਦ ਵਿੱਚ ਜਾ ਕੇ ਬਹਿ ਜਾਣਾ। ਮੇਰੇ ਲਈ ਉਹ ਪਲ, ਉਹ ਸਕਿੰਟ, ਉਹ ਮਿੰਟ ਸਭ ਤੋਂ ਵੱਧ ਦੁੱਖਾਂ ਵਾਲਾ ਹੁੰਦਾ ਹੈ। ਗੁਰੂ ਸਾਹਿਬ ਕਦੇ ਔਖੀ ਘੜੀ ਨਾ ਦੇਖਣ ਦੇਈ। ਉਹ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਆਪਣਾ ਬਿਰਧ ਸੰਭਾਲੇ, ਉਹ ਆਪਣੇ ਬਿਰਧ ਦੀ ਸੰਭਾਲ ਕਰਦਾ। ਅਤੇ ਬਿਰਧ ਉਹਦਾ ਕਿਹੜਾ ਕਿ ਮੈਂ ਇਹਨੂੰ ਗਲਤ ਕੰਮ ਕਰਨ ਨਹੀਂ ਦੇਣਾ। ਬਾਪ ਦਾ ਬਿਰਧ ਕੀ ਹੈ ਜੀ? ਬਾਪ ਦਾ ਬਿਰਧ ਹੈ ਵੀ ਮੈਂ ਕੋਸ਼ਿਸ਼ ਕਰਾਂ ਮੈਂ ਆਪਣੇ ਬੱਚੇ ਨੂੰ, ਆਪਣੇ ਪੁੱਤਰ ਧੀ ਨੂੰ ਗਲਤ ਰਸਤੇ ਪੈਣ ਨਾ ਦੇਵਾਂ।
हाथ दे रखे अपने को, सास सास प्रतिपाले। वो हथ किवें रखदा? गुरु की सिक्ख्या, गुरु का उपदेश ही साडे लई हथ है, जिहड़ा साडी रखिया करदा। हाथ दे रखे अपने को, सास सास प्रतिपाले। प्रभ स्यों लाग रहे हो मेरा चीत। हुण मेरा प्रभु नाल, सच नाल चित लग गया। आद अंत प्रभ सदा सहाई। वो आद तो लैके अंत तक, पर हर समय, हर वक्त, हर पल वो मेरी सहायता करता है, मेरा मददगार है। इदां भै हरना है वो। धन हमारा मीत, वो धन है मेरा मित्र। प्रभ स्यों लाग रहे हो मेरा चीत, आद अंत प्रभ सदा सहाई। धन हमारा मीत, वो मेरा मित्र धन है, जिहड़ा मेरी इदां मदद करता। भै हरन, हर अनाथ के नाथ। जिहड़े अनाथ ने उन्हां दा नाथ है वो। निखसमे जिहड़े ने, निखसमिਆਂ ਨੂੰ ਵੱਢ ਕੇ ਖੜਦਾ ਨਾ, ਜਦੋਂ ਤਿਲ ਬੀਜੇ ਜਾਂਦੇ ਨੇ। ਜਿਹੜੇ ਨਿਖਸਮੇ ਹੁੰਦੇ ਆ ਉਹਨਾਂ ਨੂੰ ਫਿਰ ਵੱਢ ਕੇ ਲੈ ਜਾਂਦਾ, ਜਿਹੜਾ ਮਰਜ਼ੀ ਨੂੰ ਫਿਰ 100 ਖਸਮ ਬਣਦਾ ਉਹਨਾਂ ਦਾ। ਜਿਨ੍ਹਾਂ 'ਚ ਕਣੀ ਹੁੰਦੀ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਛੋਟਾ ਤਿਲ ਬਵਾੜੀਆਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਸੁੱਟਿਆ ਕਹੋ ਨਾਨਕ 100 ਨਾ। ਨਾ ਕਹਿੰਦੇ ਖਸਮ ਨੂੰ, ਫਿਰ 100 ਖਸਮ ਬਣਦਾ ਉਹਨਾਂ ਦਾ। ਕਿਉਂਕਿ ਇੱਕ ਦਿਨ ਨਹੀਂ ਹੋਏ ਉਹ। ਤਿਲ ਵੱਧਦੇ ਵੀ ਆ, ਫੁੱਲਦੇ ਵੀ ਆ, ਵੱਡੇ ਵੀ ਹੁੰਦੇ ਆ। ਫਲੀਆਂ ਫੁੱਲੀਆਂ ਬੱਪੜੇ ਭੀ ਤਨ ਵਿੱਚ ਸਵਾ। ਤਿਲ ਵੱਧਦੇ ਵੀ ਆ, ਫੁੱਲਦੇ ਵੀ ਆ, ਪ੍ਰਫੁੱਲਤ ਵੀ ਹੁੰਦੇ, ਪਰ ਅੰਦਰ ਦਾਣੇ ਦੀ ਜਗ੍ਹਾ ਸਵਾਹ ਭਰ ਜਾਂਦੀ ਹੈ। ਕਿਸਾਨ ਨੂੰ ਇੰਨੀ ਕੁ ਨੌਲੇਜ ਤਾਂ ਹੈਗੀ ਹੈ ਨਾ, ਰੋਜ਼ ਦਾ ਕੰਮ ਹੈ ਉਹਦਾ, ਉਹਨੂੰ ਕਿ ਇੰਨੀ ਕੁ ਨੌਲੇਜ ਹੈ ਵੀ ਉਹ ਕੀ ਕਰਦਾ ਹੈ। ਜਿਨ੍ਹਾਂ ਵਿੱਚ ਦਾਣੇ ਹੈ ਉਹਨਾਂ ਨੂੰ ਵੱਢ ਕੇ, ਉਹਨਾਂ ਦੀਆਂ ਪੰਡਾਂ ਬਣਾ ਕੇ ਤੇ ਆਪਣੇ ਘਰ ਲੈ ਜਾਂਦਾ। ਆਪਣੀ ਛੱਤ 'ਤੇ ਜਿੱਥੇ ਉਹਦੇ ਕੋਲ ਜਗ੍ਹਾ ਹੁੰਦੀ ਸੁਕਾ ਕੇ ਫਿਰ ਉਹਦੇ ਤਿਲ ਝਾੜਦਾ ਹੈ। ਜਿਹੜੇ ਬੂਟੇ ਉਹਨੇ ਛੱਡ ਦਿੱਤੇ ਖਾਲੀ, ਸਵਾਲ ਕੀਤਾ ਕਿਸੇ ਨੇ ਵੀ ਇਹ ਉਹਨੇ ਕਿਉਂ ਛੱਡੇ, ਕਿੱਡੇ ਸੋਹਣੇ ਉੱਚੇ ਲੰਮੇ ਆ, ਕਿੰਨੇ ਸੋਹਣੇ ਇਹਨਾਂ ਨੂੰ ਫਲੀਆਂ ਲੱਗੀਆਂ ਹੋਈਆਂ। ਤੇ ਲਾਗੇ ਕੋਈ ਤਜਰਬੇ ਕਰ ਬੈਠਾ ਸੀ, ਕਹਿੰਦਾ ਕਿਸਾਨ ਇੰਨਾ ਅਣਜਾਣ ਨਹੀਂ ਵੀ ਐਵੇਂ ਭਾਰ ਚੱਕੀ ਜਾਵੇ। ਉਹਨੂੰ ਪਤਾ ਵੀ ਕਿਹੜੇ ਤਿਲਾਂ ਦੇ ਇਸ ਬੂਟੇ ਨੂੰ ਫਲੀਆਂ ਲੱਗੀਆਂ ਤੇ ਕਿਹਦੇ ਅੰਦਰ ਦਾਣੇ ਆ। ਆ ਜਿਹੜੇ ਜ਼ਿਆਦਾ ਉੱਚੇ ਲੰਮੇ ਦਿਸ ਰਹੇ ਨਾ, ਇਹ ਫਲੀਆਂ ਬਾਹਰੋਂ ਵੇਖਣ ਨੂੰ ਲੱਗਦੇ, ਅੰਦਰ ਤੇ ਸਵਾਹ ਭਰੀ ਪਈ ਹੈ। ਕਿਉਂਕਿ ਤਿਲਾਂ ਦੀ ਜਿਹੜੀ ਫਸਲ ਹੈ, ਇਹਨੂੰ ਦੋ ਚੀਜ਼ਾਂ ਦੀ ਮਾਰ ਪੈਂਦੀ ਹੈ। ਇੱਕ ਤਾਂ ਅਸਮਾਨੀ ਬਿਜਲੀ, ਇੱਕ ਜ਼ਿਆਦਾ ਵਰਖਾ ਕਰਕੇ ਵੀ। ਤੁਸੀਂ ਵੇਖੋ ਜਿਹੜੇ ਜਿਨ੍ਹਾਂ ਕੋਲ ਪਾਣੀ ਦਾ ਸਾਧਨ ਘੱਟ ਹੁੰਦਾ, ਰੇਤਲੀ ਜ਼ਮੀਨ ਹੁੰਦੀ ਹੈ, ਉਹ ਫਿਰ ਕੀ ਕਰਦੇ, 2-4 ਕਿੱਲਿਆਂ ਵਿੱਚ ਤਿਲ ਖਿਲਾਰ ਦਿੰਦੇ। ਹੁਣ ਤਾਂ ਟਿਊਬਵੈੱਲ ਲਗਭਗ ਹਰ ਇੱਕ ਵਿਅਕਤੀ ਨੇ ਆਪਣਾ ਪ੍ਰਬੰਧ ਕਰ ਹੀ ਲਿਆ ਹੈ। ਜਦ 2 ਏਕੜ ਜ਼ਮੀਨ ਹੈ, 4 ਏਕੜ ਜ਼ਮੀਨ ਹੈ। ਨਹੀਂ ਤਾਂ ਅੱਜ ਤੋਂ ਕੁਝ ਸਾਲ ਪਹਿਲਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ ਕਿ ਟਾਵੇਂ ਟਾਵੇਂ ਟਿਊਬਵੈੱਲ ਹੁੰਦੇ ਸੀ, ਅਤੇ ਜਿਹਦੇ ਕੋਲ ਪਾਣੀ ਦਾ ਪ੍ਰਬੰਧ ਘੱਟ ਹੋਣਾ ਉਹਨੇ ਤਿਲ ਖਿਲਾਰ ਦੇਣੇ, ਤਿਲ ਬੀਜ ਦੇਣੇ ਵੀ, ਕਿਉਂਕਿ ਤਿਲਾਂ ਦੀ ਫਸਲ ਨੂੰ ਪਾਣੀ ਦੀ ਲੋੜ ਨਹੀਂ ਇੰਨੀ। ਉਹ ਕਿਤੇ ਇੱਕ ਅੱਧੀ ਵਰਖਾ ਵੀ ਹੋ ਗਈ ਅਤੇ ਇਹਦੇ ਨਾਲ ਵੀ ਉਹ ਵਧੀਆ ਹੋ ਜਾਂਦੀ। ਪਰ ਜੇ ਜ਼ਿਆਦਾ ਮੀਂਹ ਪੈ ਜਾਏ ਤਾਂ ਤਿਲਾਂ ਦੀ ਫਸਲ ਵਾਸਤੇ ਮਾੜਾ ਹੈ। ਉਹਨੇ ਤਿਲਾਂ ਦੇ ਬੂਟੇ ਵੱਧ ਜਾਣੇ ਆ, ਪਰ ਉਹਨਾਂ ਨੂੰ ਲੱਗਣਾ ਕੱਖ ਨਹੀਂ। ਉਹ ਜਿੰਨੇ ਮਧਰੇ ਹੋਣਗੇ, ਜਿਨ੍ਹਾਂ ਦੀ ਹਾਈਟ ਘੱਟ ਹੋਏਗੀ, ਉਨੀਆਂ ਫਲੀਆਂ ਵੱਧ ਪੈਣਗੀਆਂ ਅਤੇ ਉਨੇ ਦਾਣੇ ਵਿੱਚ ਮੋਟੇ ਹੋਣਗੇ। ਅਤੇ ਜੇ ਕਿਤੇ ਅਸਮਾਨੀ ਬਿਜਲੀ ਕੜਕ ਜਾਏ, ਚਣਿਆਂ ਦੀ ਫਸਲ ਵਾਸਤੇ ਵੀ ਨੁਕਸਾਨ ਹੋ ਜਾਂਦਾ ਹੈ ਅਤੇ ਤਿਲਾਂ ਦੀ ਫਸਲ ਵਾਸਤੇ ਵੀ ਨੁਕਸਾਨਦਾਇਕ ਹੈ। ਤੋ ਖੈਰ, ਹੁਣ ਜਿਹੜੀ ਗੱਲ ਇੱਥੇ ਗੁਰੂ ਸਾਹਿਬ ਕਰ ਰਹੇ ਆ ਨਾ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ, ਆਪਣੇ ਮਨ 'ਚ ਸਿਆਣੇ ਬਣ ਕੇ ਬੈਠੇ ਆ ਵੀ ਅਸੀਂ ਤਾਂ ਸਿਆਣੇ, ਸਾਨੂੰ ਸਭ ਕੁਝ ਪਤਾ ਹੈ। ਉਹਨਾਂ ਦੀ ਹਾਲਤ ਫਿਰ ਛੋਟਾ ਤਿਲ ਬਵਾੜ ਜੋ, ਉਹਨਾਂ ਤਿਲਾਂ ਵਰਗੀ ਹਾਲਤ ਹੁੰਦੀ ਹੈ ਵੀ ਜਿਹੜੇ ਬਾਹਰੋਂ ਵੇਖਣ ਨੂੰ ਬੜੇ ਵਾਧੇ ਫੁੱਲਦੇ ਪ੍ਰਫੁੱਲਤ ਆ, ਬੜੇ ਲੰਮੇ ਆ, ਫਿਰ ਅੰਦਰ ਸੁਆਹ ਭਰੀ ਹੁੰਦੀ ਹੈ। ਛੋਟਾ ਤਿਲ ਬਵਾੜੀਆਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਸੁੱਟਿਆਂ ਕਹੋ ਨਾਨਕ 100 ਨਾ। ਫਲੀਆਂ ਫੁੱਲੀਆਂ ਬੱਪੜੇ ਭੀ ਤਨ ਵਿੱਚ ਸੁਆਹ, ਅੰਦਰ ਸੁਆਹ ਭਰੀ ਹੁੰਦੀ ਹੈ। ਫਿਰ ਉਹ ਨਖਸਮੇ ਅਖਵਾਉਂਦੇ ਆ ਜਿਨ੍ਹਾਂ ਦਾ ਕੋਈ ਖਸਮ ਨਹੀਂ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਗੱਲ ਤਿਲਾਂ ਦੀ ਨਹੀਂ ਹੋ ਰਹੀ, ਇੱਥੇ ਗੱਲ ਬੰਦਿਆ ਤੇਰੀ ਹੋ ਰਹੀ ਹੈ। ਜਿਹੜੇ ਅਨਾਥ ਨੇ, ਭਾਵ ਜਿਨ੍ਹਾਂ ਦਾ ਕੋਈ ਨਹੀਂ, ਜਿਨ੍ਹਾਂ ਨੇ ਅਜੇ ਤੱਕ ਆਪਣਾ ਮਲਾਹ ਹੀ ਨਹੀਂ ਬਣਾਇਆ, ਜਿਨ੍ਹਾਂ ਦੀਆਂ ਬੇੜੀਆਂ ਬਿਨਾਂ ਮਲਾਹ ਤੋਂ ਤੁਰੀਆਂ ਫਿਰਦੀਆਂ, ਜਿਹੜੇ ਇਸ ਭਵ ਸਾਗਰ ਦੇ ਵਿੱਚ ਗੋਤੇ ਖਾ ਰਹੇ ਆ, ਉਹਨਾਂ ਦਾ ਵੀ ਨਾਥ ਹੈ ਉਹ। ਪਰ ਜੇ ਕੋਈ ਆਪਣਾ ਨਾਥ ਉਹਨੂੰ ਬਣਾਉਣਾ ਚਾਹਵੇ ਤਾਂ। ਆਸਾ ਕੀ ਵਾਰ 'ਚ ਪੜ੍ਹਦੇ ਨਾ, ਸਤਿਗੁਰ ਵਿਟੋਂ ਵਾਰਿਆ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ, ਜਿਤ ਮਿਲਿਆ ਖਸਮ ਸੰਭਾਲਿਆ। ਜਿਹਨੂੰ ਮਿਲ ਕੇ ਤੇ ਮੈਂ ਖਸਮ ਦੀ ਸੰਭਾਲ ਕਰ ਲਈ। ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ, ਇਹਨੇ ਨੇਤਰੀ ਜਗਤ ਨਿਹਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ, ਜਿਹਨੇ ਉਪਦੇਸ਼
ਦੇ ਕੇ ਮੈਨੂੰ ਸੁਰਮਾ ਪਾਤਾ ਮੇਰੀਆਂ ਅੱਖਾਂ 'ਚ, ਗਿਆਨ ਅੰਜਨ, ਗਿਆਨ ਦਾ ਸੁਰਮਾ। ਹੁਣ ਸੁਰਮਾ ਪੈਂਦਾ ਅੱਖ ਵਿੱਚ, ਅਤੇ ਇਸ ਕਰਕੇ ਪਾਈਦਾ ਵੀ ਅੱਖਾਂ ਮੋਟੀਆਂ ਲੱਗਣ, ਅੱਖਾਂ ਸੋਹਣੀਆਂ ਲੱਗਣ। ਇੱਥੇ ਹੁਣ ਸੁਰਮਾ ਪੈਣਾ ਅੱਖ 'ਚ। ਅੱਖ ਕਿਹੜੀ ਹੈ? ਸੁਰਤ। ਸੁਰਤ ਰੂਪੀ ਅੱਖ 'ਚ ਕਿਹੜਾ ਸੁਰਮਾ ਪੈਣਾ? ਗਿਆਨ ਦਾ। ਜਦੋਂ ਗਿਆਨ ਸੁਰਤ ਵਿੱਚ ਹੀ ਟਿਕਣਾ ਹੈ ਨਾ, ਵੀ ਸੁਰਤ ਨਾਲ ਕੰਮ ਕਰਦੀ ਹੋਵੇ ਤੇ ਕਾਹਦਾ ਗਿਆਨ ਹੈ? ਸੁਰਤ ਦਾ ਸੰਬੰਧ ਹੀ ਗਿਆਨ ਨਾਲ ਹੈ। ਹੁਣ ਬੌਰੇ ਬੰਦੇ ਨੂੰ ਤੁਸੀਂ ਕਿਹੜਾ ਗਿਆਨ ਦੇ ਲੋਗੇ? ਪਾਗਲ ਬੰਦੇ ਨੂੰ ਕੀ ਗਿਆਨ ਦੇ ਲੋਗੇ ਤੁਸੀਂ? ਗਿਆਨ ਦਾ ਸੰਬੰਧ ਵੀ ਤੇ ਤੁਹਾਡੇ ਬ੍ਰੇਨ ਨਾਲ, ਤੁਹਾਡੀ ਸੁਰਤ ਨਾਲ ਹੈ ਨਾ। ਸੁਰਤ ਕੰਮ ਕਰਦੀ ਹੈ ਤੇ ਗਿਆਨ ਹੈ। ਜੇ ਸੁਰਤ ਹੀ ਨਹੀਂ ਕੰਮ ਕਰਦੀ, ਗਿਆਨ ਕਾਹਦਾ? ਕੀ ਪੜ੍ਹਾ ਲੋਗੇ ਤੁਸੀਂ ਉਹਨੂੰ ਜੀ? ਜਿਨ ਕਾਰ ਉਪਦੇਸ਼ ਗਿਆਨ ਅੰਜਨ ਦੀਆ, ਇਹਨੀ ਨੇਤਰੀ ਜਗਤ ਨਿਹਾਲਿਆ। ਹੁਣ ਮੈਂ ਸੁਰਤ ਰੂਪੀ ਅੱਖਾਂ ਨਾਲ ਜਗਤ ਨੂੰ ਧਿਆਨ ਨਾਲ ਵੇਖ ਲਿਆ। ਕੀ ਵੇਖਿਆ? ਖਸਮ ਛੋੜ। ਆਹ ਵੇਖਿਆ ਵੀ ਖਸਮ ਨੂੰ ਜਿਹੜੇ ਛੱਡ ਕੇ ਦੂਜੇ ਲੱਗੇ, ਦੂਜੇ ਨਾਲ ਲੱਗੇ ਹੋਏ ਨੇ। ਹੁਣ ਖਸਮ ਨੂੰ ਛੱਡ ਕੇ ਦੂਜੇ ਬੰਨੇ ਲੱਗਣਾ ਝੂਠ ਹੀ ਆ, ਕਿਉਂਕਿ ਸੱਚ ਸਭਨਾ ਦਾ ਖਸਮ ਹੈ। ਸੱਚ ਨੂੰ ਛੱਡ ਕੇ ਜਿਹੜੇ ਦੂਜੇ ਨਾਲ ਲੱਗੇ, ਝੂਠ ਨਾਲ ਲੱਗੇ ਆ, ਬੇਈਮਾਨੀ ਨਾਲ ਲੱਗੇ ਆ, ਡੁੱਬੇ ਸੇਵਣ ਜਾ ਰਹੇ ਆ। ਝੂਠ ਨਾਲ ਲੱਗਣ ਵਾਲੇ ਡੁੱਬ ਜਾਂਦੇ। ਹੁਣ ਝੂਠ ਨਾਲ ਲੱਗਣ ਵਾਲੇ ਹੀ ਅਨਾਥ ਹੋਏ ਨਾ, ਜਿਨ੍ਹਾਂ ਦਾ ਨਾਥ ਹੀ ਕੋਈ ਨਹੀਂ। ਪਰ ਜੇ ਚਾਹੁੰਦੇ ਹੋ ਬੌੜੀ ਕਰਦੇ ਵੀ ਨਹੀਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਦੇ ਪਾਂਧੀ ਬਣਨਾ ਚਾਹੁੰਦੇ ਹਾਂ, ਅਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਵੀ ਨਾਥ ਬਣਨ ਦੀ ਤਾਕਤ ਹੈ, ਉਹਨਾਂ ਨੂੰ ਬਚਾ ਸਕਦਾ ਹੈ। ਹਰ ਅਨਾਥ ਕੇ ਨਾਥ। ਫਿਰ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ ਕਾਰ ਉਪਦੇਸ਼ ਗਿਆਨ ਅੰਜਨ ਦੀਆ, ਇਹਨੀ ਨਿਰਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰੇ। ਉਹ ਡੁੱਬ ਗਏ ਵਣਜਾਰੇ, ਜਿਹੜੇ ਖਸਮ ਨੂੰ ਛੱਡ ਬੈਠੇ, ਇਹਨਾਂ ਦਾ ਖਸਮ ਹੀ ਇੱਕ ਨਹੀਂ ਸੀ, ਉਹ ਡੁੱਬ ਗਏ। ਡੁੱਬੇ ਸੇ ਵਣਜਾਰੇ। ਸਤਿਗੁਰੂ ਹੈ ਬੋਹੇ ਥਾ, ਵਿਰਲੇ ਕਿਨੇ ਵਿਚਾਰਿਆ। ਸਤਿਗੁਰੂ ਜਹਾਜ਼ ਹੈ, ਪਰ ਇਸ ਗੱਲ ਦੀ ਵਿਚਾਰ ਕਿਸੇ ਵਿਰਲੇ ਨੇ ਕੀਤੀ ਹੈ। ਸਤਿਗੁਰੂ ਹੈ ਬੋਹੇ ਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਤਿਗੁਰੂ ਜਹਾਜ਼ ਹੈ, ਜਿਹਨਾਂ ਦਾ ਕੋਈ ਨਹੀਂ, ਉਹਨਾਂ ਦਾ ਗੁਰੂ ਹੈ, ਅਕਾਲ ਪੁਰਖ ਹੈ। ਹਰ ਅਨਾਥ ਕੇ ਨਾਥ। ਪਰ ਲੱਗਦਾ ਨਹੀਂ ਅੱਜ ਸਾਡਾ ਸਮਾਜ ਅਨਾਥਾਂ ਵਾਲਾ ਜੀਵਨ ਜਿਉ ਰਿਹਾ। ਸਾਨੂੰ ਤਾਂ ਗੁਰੂ ਸਾਹਿਬ ਨੇ ਇੱਕ ਨਾਥ ਦੇ ਲੜ ਲਾਇਆ ਸੀ। ਤਾਂ ਹੀ ਆਪਾਂ ਪੜ੍ਹਦੇ ਨਾ ਜਪਜੀ ਸਾਹਿਬ 'ਚ, ਭੁਗਤ ਗਿਆਨ ਦਇਆ ਭੰਡਾਰਨ, ਕਟ ਕਟ ਵਾਜੈ ਨਾਥ। ਆਪ ਨਾਥ, ਉਹ ਆਪ ਨਾਥ ਹੈ, ਨਾਥੀ ਸਭ ਜਾਂ ਕੀ। ਸਾਰੀ ਲੁਕਾਈ ਉਹਦੇ ਨਾਲ ਨੱਥੀ ਹੋਈ ਹੈ। ਰਿੱਧ ਸਦ ਅਵਰਾ ਸਾਧ। ਬਾਕੀ ਜਿਹੜੀਆਂ ਚੱਕੀ ਫਿਰਦਾ ਇਹ ਤੇ ਅਵਰਾ ਸਾਧ ਹੀ ਹੈ, ਜਿਹੜੀਆਂ ਤੂੰ ਬਾਕੀ ਪ੍ਰਾਪਤੀਆਂ ਚੱਕੀ ਫਿਰਦਾ, ਆਪ ਨਾਥ ਹੈ, ਨਾਥੀ ਸਭ ਜਾਂ ਕੀ। ਹੁਣ ਅੱਜ ਜਿਸ ਨਾਥ ਦੇ ਸਾਨੂੰ ਲੜ ਰਿਹਾ, ਕਿ ਅੱਜ ਅਸੀਂ ਉਸ ਨਾਥ ਨੂੰ ਸਮਝਣ ਨੂੰ ਤਿਆਰ ਹਾਂ? ਸਾਨੂੰ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੀ ਗੱਲ ਕਹੀ। ਹਰ ਰਾਗ, ਹਰ ਪੌੜੀ, ਹਰ ਜਦੋਂ ਵਾਰ ਸ਼ੁਰੂ ਹੁੰਦੀ ਹੈ, ਸਤਿਗੁਰੂ ਜੀ ਇੱਕ ਦੀ ਗੱਲ ਆਰੰਭ ਕਰਦੇ ਪਹਿਲਾਂ ਵੀ, ਇੱਕ ਨਾਲ ਜੋੜ ਭਾਵ, ਇੱਕ ਨਾਲ ਸਾਂਝ ਪਾ ਭਲਿਆ। ਜਿਹਦਾ ਤੂੰ ਵੀ ਹਿੱਸਾ ਹੈ, ਉਹ ਤੇਰੇ ਵਿੱਚ ਸਮਾਇਆ ਹੋਇਆ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕ ਅਨੇਕ ਵਿਆਪਕ ਪੂਰਕ ਜਦ ਦੇਖੂੰ ਤਤ ਸੋਈ ਵਾਲੀ ਵਿਚਾਰ ਦਿੱਤੀ ਸਾਨੂੰ। ਨਾਉ ਮਰੇ ਨਾ ਠਾਗੇ ਜਾਂ ਜਿਨਕੇ ਰਾਮ ਵਸੈ ਮਨ ਮਾਹੇ ਦੀ ਵਿਚਾਰ ਦਿੱਤੀ ਸਾਨੂੰ ਸਤਿਗੁਰੂ ਜੀ ਨੇ। ਕਿੰਨੇ ਪਿਆਰੇ ਉਪਦੇਸ਼ ਦਿੱਤੇ ਸਾਨੂੰ। ਹਰ ਅਨਾਥ ਕੇ ਨਾਥ। ਅਤੇ ਅਗਲਾ ਕਿਹੜਾ ਪਿਆਰਾ ਵਚਨ ਹੈ, ਕਹਿੰਦੇ ਕਹੋ ਨਾਨਕ ਤੇ ਜਾਣੀਏ। ਉਹਨੂੰ ਇੱਦਾਂ ਜਾਣੋ, ਉਸ ਨਾਥ ਨੂੰ ਇੱਦਾਂ ਸਮਝੋ ਕਿ ਸਦਾ ਬਸਤ ਤੁਮ ਸਾਥ, ਵੀ ਉਹ ਸਦਾ ਤੇਰੇ ਨਾਲ ਵਸਦਾ। ਇਹ ਥੋੜ੍ਹਾ ਹੈਗਾ ਤੇਰਾ ਨਾਥ ਆ, ਤੈਨੂੰ ਉੱਦਾਂ ਛੱਡਤਾ ਉਹਨੇ। ਸਦਾ ਤੇਰੇ ਨਾਲ, ਹਰ ਵਕਤ ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੇ, ਪਾ ਨਾ ਸਕੈ ਜਲ। ਨਿਰਧਨ ਕੋ ਧਨ, ਇੱਦਾਂ ਨਾਲ ਹੈ ਜਿਵੇਂ ਨਿਰਧਨ ਬੰਦੇ ਲਈ ਧਨ ਖੁਸ਼ੀ ਦਾ ਕਾਰਨ ਬਣਦਾ। ਅੰਧਲੇ ਕੋ ਟਿਕ। ਹੁਣ ਨੇਤਰਹੀਣ ਬੰਦੇ ਨੂੰ ਡਗੋਰੀ ਮਿਲ ਜਾਏ, ਉਹਦੇ 'ਤੇ ਜਿਹੜੀ ਡਗੋਰੀ ਹੱਥ 'ਚ ਡੰਡਾ ਫੜਿਆ, ਉਹੀ ਉਹਦਾ ਆਸਰਾ ਹੁੰਦਾ। ਨਿਰਧਨ ਕਉ ਧਨ, ਅੰਧਲੇ ਕਉ ਟਿਕ, ਮਾਤ ਦੂਧ ਜੈਸੇ ਬਾਲੇ। ਬੱਚੇ ਨੂੰ ਜਿਵੇਂ ਮਾਂ ਦਾ ਦੁੱਧ ਨਹੀਂ ਉਹਦੀ ਮਦਦ ਕਰਦਾ, ਬੱਚਾ ਰੋ ਰਿਹਾ ਹੋਵੇ ਅਤੇ ਉਹਨੂੰ ਤਾਂ ਤੁਸੀਂ ਜਿੰਨੇ ਮਰਜ਼ੀ ਪਦਾਰਥ ਲਿਆ ਕੇ ਦੇ ਦਿਓ, ਪਕਵਾਨ ਲਿਆ ਕੇ ਦਿਓ, ਪਰ ਉਹਦੇ ਵਾਸਤੇ ਜਿੰਦ ਜਾਨ ਉਹਦੀ ਮਾਂ ਦਾ ਦੁੱਧ ਹੀ ਹੈ। ਮਾਤ ਦੂਧ ਜੈਸੇ ਬਾਲੇ। ਹੁਣ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ। ਹੁਣ ਇਹ ਸ਼ਬਦ ਕਿਉਂ ਵਰਤੇ ਗੁਰੂ ਸਾਹਿਬ ਜੀ ਨੇ? ਕਿੰਨੀਆਂ ਪਿਆਰੀਆਂ ਉਦਾਹਰਨਾਂ ਦੇ ਦੇ ਕੇ ਸਮਝਾਇਆ। ਇੱਦਾਂ ਤੂੰ ਆਪਣੀ ਜ਼ਿੰਦਗੀ ਵਿੱਚ ਖੂਬਸੂਰਤ ਪਲ ਜਿਉ ਕੇ ਵੇਖ ਭਲਿਆ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਅਦਾਰਾ।
ਹੁਣ ਇੱਥੇ ਸ਼ਬਦ ਵਰਤਿਆ ਜਿਹੜਾ ਪਤਤਾਂ ਨੂੰ ਉਧਾਰਨ ਵਾਲਾ ਹੈ, ਡਰ ਤੋਂ ਸਾਨੂੰ ਰਹਿਤ ਕਰਨ ਵਾਲਾ ਹੈ, ਸਾਰਿਆਂ ਅਨਾਥਾਂ ਦਾ ਨਾਥ ਹੈ। ਇਹ ਤਿੰਨ ਗੱਲਾਂ ਆ ਗਈਆਂ। ਡਿੱਗਿਆਂ ਨੂੰ, ਵਕਾਰਾਂ ਚੋਂ ਡਿੱਗਿਆਂ ਨੂੰ ਬਾਹਰ ਕੱਢਣ ਵਾਲਾ ਹੈ। ਭਾਈ ਗੁਰਦਾਸ ਜੀ ਨੇ ਤਾਂ ਹੀ ਤੇ ਆਖਿਆ ਸੀ। ਭਾਈ ਗੁਰਦਾਸ ਜੀ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਬਹੁਤ ਪਿਆਰੇ ਨੇ, ਕਹਿੰਦੇ ਤੋਸੋ ਨਾ ਨਾਥ, ਮੇਰੇ ਮਾਲਕ ਜੀ ਤੇਰੇ ਵਰਗਾ ਨਾਥ ਕੋਈ ਨਹੀਂ, ਅਨਾਥ ਨਾ ਮੋਸਰ। ਜੇ ਮੈਂ ਦੁਨੀਆ 'ਚ ਵੇਖਾਂ ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ ਨਹੀਂ। ਤੋਸੋ ਨਾ ਨਾਥ, ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਤੇਰੇ ਵਰਗਾ ਦਾਨੀ ਕੋਈ ਨਹੀਂ ਦੁਨੀਆ ਤੇ ਮੇਰੇ ਵਰਗਾ ਨੀਵੇਂ ਤੋਂ ਨੀਵਾਂ ਭਿਖਾਰੀ ਕੋਈ ਨਹੀਂ। ਦਾਨੀਆਂ ਦੀ ਕਤਾਰ 'ਚ ਸਭ ਤੋਂ ਉੱਤੇ ਤੂੰ ਆ, ਭਿਖਾਰੀਆਂ ਦੀ ਕਤਾਰ 'ਚ ਸਭ ਤੋਂ ਥੱਲੇ ਮੈਂ ਆ। ਜਦੋਂ ਨਾਥ ਦੀ ਗੱਲ ਆਉਂਦੀ ਹੈ ਸਭ ਤੋਂ ਉੱਤੇ ਨਾਥ ਤੂੰ ਆ, ਤੇ ਜਦੋਂ ਅਨਾਥਾਂ ਦੀ ਗੱਲ ਆਏਗੀ ਸਭ ਤੋਂ ਵੱਡਾ ਅਨਾਥ ਮੈਂ ਆ, ਵੀ ਮੇਰਾ ਇੱਕ ਹੈ ਹੀ ਕੋਈ ਨਹੀਂ। ਮੈਂ ਇੱਕ ਨਾਲ ਸਾਂਝ ਹੀ ਨਹੀਂ ਪਾਈ। ਤੋਸੋ ਨਾ ਨਾਥ, ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ, ਦਇਆਲ ਨਾ ਤੋਸਰ। ਮੇਰੇ ਵਰਗਾ ਦੀਨ ਕੋਈ ਨਹੀਂ, ਮੇਰੇ ਵਰਗਾ ਦੀਨ ਕੋਈ ਨਹੀਂ ਤੇ ਦਇਆਲ ਨਾ ਤੋਸਰ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਵਿਚਾਰਵਾਨ ਕੋਈ ਨਹੀਂ। ਇੰਜ ਕਹਿ ਲਓ ਮੈਂ ਅਗਿਆਨਤਾ ਦੀ ਸਿਖਰ 'ਤੇ ਪਹੁੰਚਿਆ ਹੋਇਆ ਵਾਂ, ਤੁਸੀਂ ਵਿਚਾਰਵਾਨਾਂ ਦੀ ਸਿਖਰ 'ਤੇ ਪਹੁੰਚੇ ਹੋਏ ਹੋ। ਹੈਗੇ ਤੁਸੀਂ ਵੀ ਸਿਖਰ 'ਤੇ ਹੋ, ਹੈਗਾ ਮੈਂ ਵੀ ਸਿਖਰ 'ਤੇ ਹਾਂ, ਪਰ ਫਰਕ ਇਹ ਹੈ ਮੈਂ ਭਿਖਾਰੀਆਂ ਦੀ ਸਿਖਰ 'ਤੇ ਹਾਂ, ਤੁਸੀਂ ਦਾਤਿਆਂ ਦੀ ਸਿਖਰ 'ਤੇ ਹੋ। ਮੈਂ ਅਗਿਆਨਤਾ ਦੀ ਸਿਖਰ 'ਤੇ ਹਾਂ, ਤੁਸੀਂ ਵਿਚਾਰਵਾਨਾਂ ਦੀ ਸਿਖਰ 'ਤੇ ਹੋ। ਕਿੰਨੇ ਪਿਆਰੇ ਬਚਨ ਨੇ। ਅੱਗੇ ਬਚਨ ਕਰਦੇ ਨੇ ਮੋਸੋ ਨਾ ਪਤਤ, ਮੇਰੇ ਵਰਗਾ ਪਤਤ ਕੋਈ ਨਹੀਂ, ਵਕਾਰਾਂ 'ਚ ਡਿੱਗਾ ਕੋਈ ਨਹੀਂ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਤੇ ਤੁਹਾਡੇ ਵਰਗਾ ਪਾਵਨ ਕਰਨ ਵਾਲਾ ਕੋਈ ਨਹੀਂ। ਇੱਥੇ ਕਿਹਾ ਨਾ ਪਤਤ ਉਦਾਹਰਨ, ਪਤਤਾਂ ਨੂੰ ਉਦਾਹਰਨ ਵਾਲਾ, ਡਿੱਗਿਆਂ ਨੂੰ ਵਕਾਰਾਂ 'ਚੋਂ ਬਾਹਰ ਕੱਢ ਕੇ ਸਿਆਣਾ ਬਣਾਉਣ ਵਾਲਾ, ਸੂਝਵਾਨ ਬਣਾਉਣ ਵਾਲਾ, ਮਨੂਰ ਲੋਹੇ ਨੂੰ ਫਿਰ ਸੋਨਾ ਬਣਾਉਣ ਵਾਲਾ। ਇਹ ਤਾਕਤ ਹੈ ਉਹਦੇ ਵਿੱਚ। ਤੇ ਬਣਾਏ ਨੇ, ਕੱਚੋਂ ਕੰਚਰ ਪਇਓ, ਸ਼ਬਦ ਗੁਰ ਸਰਵਣੇ ਸੁਣਿਓ, ਬਣਾਏ ਨੇ। ਗੁਰੂ ਕੋਲੇ ਕਲਾ ਹੈ, ਤਾਕਤ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੇਰੇ ਵਰਗਾ ਵਿਕਾਰੀ ਕੋਈ ਨਹੀਂ, ਤੁਹਾਡੇ ਵਰਗਾ ਪਰਉਪਕਾਰੀ ਕੋਈ ਨਹੀਂ। ਮੈਂ ਵਕਾਰੀਆਂ ਵਿੱਚੋਂ ਸਿਰੇ ਦਾ ਵਕਾਰੀ ਹਾਂ, ਤੁਸੀਂ ਪਰਉਪਕਾਰੀਆਂ ਵਿੱਚੋਂ ਸਿਰੇ ਦੇ ਪਰਉਪਕਾਰੀ ਹੋ। ਇਹ ਤੁਹਾਡੀ ਸੀਮਾ ਹੈ। ਭਾਵ ਤੁਸੀਂ ਉਪਕਾਰੀਆਂ ਵਿੱਚੋਂ ਸਿਰੇ ਦੇ ਉਪਕਾਰੀ ਹੋ, ਤੁਹਾਡੇ ਤੋਂ ਵੱਡਾ ਕੋਈ ਉਪਕਾਰੀ ਨਹੀਂ ਹੈ। ਤੇ ਵਕਾਰਾਂ ਵਿੱਚੋਂ ਮੇਰੇ ਵਰਗਾ ਸਿਰੇ ਦਾ ਵਕਾਰੀ ਕੋਈ ਨਹੀਂ। ਹੁਣ ਇਹ ਭਾਈ ਗੁਰਦਾਸ ਜੀ ਆਪਣੀ ਗੱਲ ਨਹੀਂ ਕਰ ਰਹੇ। ਹਰ ਪੜ੍ਹਨ ਵਾਲਾ, ਹਰ ਵਿਚਾਰਨ ਵਾਲਾ ਇੱਦਾਂ ਸੋਚੇ ਕਿ ਮਾਲਕਾ ਜੀ ਤੁਸੀਂ ਮਹਾਨ ਦਿਆਲੂ ਕਿਰਪਾਲੂ ਹੋ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖਾਹੀਂ, ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਹੁਣ ਕਿੰਨੇ ਪਿਆਰੇ ਬਚਨ ਕਹਿ, ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੇਰੇ ਹੈ ਅਵਗੁਣ, ਮੈਂ ਉਗੁਣਾਂ ਨਾਲ ਭਰਿਆ ਪਿਆ। ਤੂੰ ਗੁਣ ਸਾਗਰ, ਜਾਤ ਰਸਤ ਲੋੜ ਤਿਹਾਰੀ। ਮਾਲਕ ਜੀ ਮੈਂ ਉਗੁਣਾਂ ਨਾਲ ਭਰਿਆ ਪਿਆ ਹਾਂ, ਪਰ ਮੈਨੂੰ ਤੁਹਾਡੇ 'ਤੇ ਇੱਕ ਭਰੋਸਾ ਹੈ, ਵਿਸ਼ਵਾਸ ਹੈ। ਆ ਨਰਕਾਂ ਵਾਲਾ ਜਿਹੜਾ ਜੀਵਨ ਜਿਉ ਰਿਹਾ ਹਾਂ, ਮਾੜਾ ਜੀਵਨ ਜਿਉਂਦਿਆਂ ਵੀ ਮੈਨੂੰ ਇੱਕ ਤੁਹਾਡੇ 'ਤੇ ਆਸ ਹੈ, ਭਰੋਸਾ ਹੈ ਕਿ ਤੁਸੀਂ ਮੈਨੂੰ ਇਸ ਗਰਕ ਵਾਲੇ ਨੀਵੇਂ ਪੱਧਰ 'ਤੇ ਜਿਹੜਾ ਮੈਂ ਜੀਵਨ ਜਿਉ ਰਿਹਾ ਇਹਦੇ 'ਚੋਂ ਬਾਹਰ ਕੱਢਣ ਦੀ ਤਾਕਤ ਤੁਸੀਂ ਰੱਖਦੇ ਹੋ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਪਤਤ ਉਦਾਹਰਨ, ਪਤਤਾਂ ਨੂੰ ਉਦਾਹਰਨ ਵਾਲੇ, ਪਤਤਾਂ ਨੂੰ ਡਿੱਗਿਆਂ ਹੋਇਆਂ ਨੂੰ ਉਠਾਉਣ ਵਾਲੇ, ਭੈ ਹਰਨ। ਇਹ ਗੁਣ ਹੈ ਉਸ ਮੱਲ ਦਾ। ਪਤਤ ਉਦਾਹਰਨ ਇੱਕ ਗੁਣ, ਭੈ ਹਰਨ ਦੂਜਾ ਗੁਣ, ਹਰ ਅਨਾਥ ਕੇ ਨਾਥ ਤੀਜਾ ਗੁਣ। ਇਸ ਸ਼ਲੋਕ ਵਿੱਚ ਗੁਣ ਬਿਆਨ ਕੀਤੇ। ਪਤਤਾਂ ਨੂੰ ਉਦਾਹਰਨ ਵਾਲੇ ਨੇ, ਡਰ ਤੋਂ ਰਹਿਤ ਕਰਨ ਵਾਲੇ ਨੇ, ਤੇ ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਜਿਨ੍ਹਾਂ ਦਾ ਕੋਈ ਖਸਮ ਨਹੀਂ, ਉਹਨਾਂ ਦੇ ਉਹ ਨੇ। ਯਾਨੀ ਕਿ ਜਿਹਨੂੰ ਇੰਜ ਕਹਿ ਲਓ ਜਿਹਦਾ ਕੋਈ ਨਹੀਂ ਉਹਦਾ ਮਾਲਕ ਹੈ। ਤਾਂ ਹੀ ਭਗਤ ਕਬੀਰ ਜੀ ਨੇ ਕਿਹਾ ਸੀ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਤਾਂ ਗੁਰੂ ਸਾਹਿਬ ਇੱਥੇ ਕਹਿੰਦੇ ਨੇ, ਕਹੋ ਨਾਨਕ ਤਿਹ ਜਾਣੀਏ, ਹੇ ਨਾਨਕ ਆਖ ਉਹਨੂੰ ਇੱਦਾਂ ਜਾਣੋ, ਇੱਦਾਂ ਮਹਿਸੂਸ ਕਰੋ, ਸਦਾ ਬਸਤ ਤੁਮ ਸਾਥ, ਸਦਾ ਹੀ ਤੁਮ ਸਾਥ, ਤੇਰੇ ਨਾਲ ਹਮੇਸ਼ਾ ਹੀ ਆਓ, ਤੂੰ ਕਦੀ ਇਕੱਲਾ ਨਹੀਂ ਹੈਗਾ।
ਜਦੋਂ ਬੰਦਾ ਗਲਤ ਕੰਮ ਕਰਦਾ ਇਹ ਸੋਚ ਕਰਦਾ ਮੈਨੂੰ ਕਿਹੜਾ ਕੋਈ ਵੇਂਦਾ, ਹਰ ਵਕਤ ਇਹ ਮਹਿਸੂਸ ਕਰੋ ਉਹ ਮੈਨੂੰ ਵੇਖ ਰਿਹਾ ਹੈ, ਮੈਂ ਉਹਦੇ ਤੋਂ ਬਾਹਰ ਨਹੀਂ ਹਾਂ। ਆਓ ਗੁਰੂ ਬਖਸ਼ਿਸ਼ ਕਰੇ 6 ਨੰਬਰ ਸਲੋਕ ਦਾ ਆਪਾਂ ਪਾਠ ਅਤੇ ਵਿਚਾਰ ਸਾਂਝੇ ਕੀਤੇ ਨੇ। ਇਹਦਾ ਭਾਵ ਅਰਥ ਇਹੋ ਹੀ ਨੇ, ਉਹ ਡਿੱਗਿਆਂ ਨੂੰ ਉਠਾਉਣ ਵਾਲੇ ਨੇ, ਭੈ ਤੋਂ ਦੂਰ ਕਰਨ ਵਾਲੇ ਨੇ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦੇ ਉਹ ਨਾਥ ਖਸਮ ਨੇ। ਤੇ ਇਹ ਮਹਿਸੂਸ ਕਰੋ, ਜਾਣੋ ਕਿ ਸਦਾ ਹਰ ਵਕਤ ਉਹ ਤੁਹਾਡੇ ਕੋਲ ਨੇ। ਜਾਣੀ ਕਿ ਇੰਝ ਹੀ ਕਹਿ ਲਓ ਕਿ ਆਪਾਂ ਉਹਦਾ ਹੀ ਰੂਪ ਹਾਂ, ਉਹਦਾ ਹੀ ਇੱਕ ਅੰਸ਼ ਹਾਂ। ਅਤੇ ਜਦੋਂ ਇੱਦਾਂ ਮਹਿਸੂਸ ਕਰਾਂਗੇ ਫਿਰ ਬੰਦਾ ਕੋਈ ਗਲਤ ਕੰਮ ਨਹੀਂ ਕਰੇਗਾ। ਆਪ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਜ਼ਿੰਮੇਵਾਰੀ ਦਾ ਅਹਿਸਾਸ ਚੁੱਕ ਕੇ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਯਤਨ ਕਰੇਗਾ। ਸਾਰਿਆਂ ਦਾ ਧੰਨਵਾਦ ਜੀ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਆਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।